ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਤੁਹਾਡਾ ਨਾਲ ਰਮਨ ਬਾਜਵਾ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ। ਰਾਏਪੁਰ ਹਵਾਈ ਅੱਡੇ ਤੇ ਹੈਲੀਕਾਪਟਰ ਹਾਦਸਾਗ੍ਰਸਤ। ਹਾਦਸੇ ਵਿੱਚ 2 ਪਾਇਲਟਾਂ ਦੀ ਮੌਤ। ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ। ਚੋਣ ਕਮਿਸ਼ਨ ਵੱਲੋਂ 15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਤੇ 10 ਜੂਨ ਨੂੰ ਚੋਣਾਂ ਦਾ ਐਲਾਨ। ਪੰਜਾਬ ਵਿੱਚ ਵੀ ਹੋਣਗੀਆਂ 2 ਸੀਟਾਂ ਤੇ ਚੋਣਾਂ। ਸੀਐਮ ਭਗਵੰਤ ਮਾਨ ਵੱਲੋਂ ਪੰਜਾਬੀ ਗਾਇਕਾਂ ਨੂੰ ਭੜਕਾਊ ਗੀਤਾਂ ਤੋਂ ਗੁਰੇਜ਼ ਕਰਨ ਦੀ ਅਪੀਲ। ਕਿਹਾ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ ਗਾਇਕ। ਤੇ ਤਰਨਤਾਰਨ ਵਿੱਚ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ। ਛੱਤੀਸਗੜ੍ਹ ਦੇ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ਤੇ ਵੀਰਵਾਰ ਰਾਤ ਨੂੰ ਹੈਲੀਕਾਪਟਰ ਹਾਦਸੇ ਵਿੱਚ 2 ਪਾਇਲਟਾਂ ਦੀ ਮੌਤ ਹੋਣ ਦੀ ਖਬਰ ਹੈ। ਹੈਲੀਕਾਪਟਰ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਪਾਇਲਟ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ ਕੋਈ ਯਾਤਰੀ ਮੌਜੂਦ ਨਹੀਂ ਸੀ। ਇੱਕ ਬਿਆਨ ਮੁਤਾਬਿਕ ਇਹ ਘਟਨਾ ਰਾਤ 9:10 ਦੇ ਕਰੀਬ ਵਾਪਰੀ ਹੈ ਤੇ ਤਕਨੀਕੀ ਖਰਾਬੀ ਇਸ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ ਸਰਕਾਰ ਦਾ ਅਗਸਤਾ ਹੈਲੀਕਾਪਟਰ ਰੂਟੀਨ ਸਿਖਲਾਈ ਦੌਰਾਨ ਹਵਾਈ ਅੱਡੇ ਦੇ ਰਨਵੇ ਦੇ ਅੰਤ ਤੇ ਕ੍ਰੈਸ਼ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਵਿੱਚ ਸਵਾਰ ਕੈਪਟਨ ਗੋਪਾਲ ਕ੍ਰਿਸ਼ਨ ਪਾਂਡਾ ਅਤੇ ਕੈਪਟਨ ਏਪੀ ਸ਼੍ਰੀਵਾਸਤਵ ਦੀ ਮੌਤ ਹੋ ਗਈ ਹੈ। ਕ੍ਰੈਸ਼ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਾਜ ਸਰਕਾਰ ਦੇ ਕਹਿਣ ਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। पंद्रह सूबे ਦੀਆਂ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਜੂਨ ਅਤੇ ਅਗਸਤ ਮਹੀਨੇ ਦਰਮਿਆਨ ਇਹਨਾਂ ਪਾਰਟੀਆਂ ਦੀ ਨੁਮਾਇੰਦਗੀ ਕਰ ਰਹੇ ਮੈਂਬਰਾਂ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਜਿਨ੍ਹਾਂ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਉਹਨਾਂ ਵਿੱਚ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ, ਕਾਂਗਰਸ ਨੇਤਾ ਅੰਬਿਕਾ ਸੋਨੀ, ਜੈਰਾਮ ਰਮੇਸ਼ ਅਤੇ ਕਪਿਲ ਸਿੱਬਲ ਤੇ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਪ੍ਰਮੁੱਖ ਨੇ। ਇਨ੍ਹਾਂ ਮੈਂਬਰਾਂ ਦਾ ਕਾਰਜਕਾਲ 21 ਜੂਨ ਤੋਂ 1 ਅਗਸਤ ਦਰਮਿਆਨ ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ 11 ਮੈਂਬਰਾਂ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ, ਜਦਕਿ ਮਹਾਰਾਸ਼ਟਰ ਤੇ ਤਾਮਿਲਨਾਡੂ ਵਿੱਚ 6 ਮੈਂਬਰ ਇਸ ਮਿਆਦ ਵਿੱਚ ਸੇਵਾ ਮੁਕਤ ਹੋ ਰਹੇ ਨੇ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਦੇ 2 ਮੈਂਬਰਾਂ ਦੀ ਮਿਆਦ ਜੁਲਾਈ 2022 ਵਿੱਚ ਸਮਾਪਤ ਹੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਰਾਜ ਤੋਂ ਰਾਜ ਸਭਾ ਦੀਆਂ 2 ਸਾਲਾ ਚੋਣਾਂ ਦੇ ਸ਼ੈਡਿਊਲ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਦੇ ਅਹੁਦੇ ਦੀ ਮਿਆਦ ਉਹਨਾਂ ਦੀ ਸੇਵਾ ਮੁਕਤੀ ਤੇ 4 ਜੁਲਾਈ 2022 ਨੂੰ ਖਤਮ ਹੋਣ ਵਾਲੀ ਹੈ। ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਆਪਣੇ ਗੀਤਾਂ ਜ਼ਰੀਏ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ ਦੀ ਬਜਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ ਕੀਮਤਾਂ ਤੇ ਚੱਲਦਿਆਂ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ। ਸੀਐਮ ਭਗਵੰਤ ਮਾਨ ਨੇ ਇਨ੍ਹਾਂ ਗਾਇਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ, ਜਿਸ ਬਾਰੇ ਇਸ ਨੂੰ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਵੀ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ, ਜੋ ਅਕਸਰ ਨੌਜਵਾਨਾਂ, ਖਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਨੇ। ਉਹਨਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਅਜਿਹੇ ਰੁਝਾਨ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕਰਦੇ ਹਾਂ, ਨਹੀਂ ਤਾਂ ਸਰਕਾਰ ਇਹਨਾਂ ਵਿਰੁੱਧ ਸਖਤ ਕਾਰਵਾਈ ਕਰੇਗੀ। ਕਣਕ ਦੀ ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 13 ਮਈ ਨੂੰ ਯਾਨੀ ਅੱਜ ਸ਼ਾਮ 5 ਵਜੇ ਤੋਂ ਸੂਬੇ ਭਰ ਵਿੱਚ 232 ਮੰਡੀਆਂ ਨੂੰ ਛੱਡ ਕੇ ਬਾਕੀ ਸਾਰੀ ਮੰਡੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂ-ਚੱਕ ਨੇ ਸਾਂਝੀ ਕੀਤੀ ਹੈ। ਮੰਤਰੀ ਨੇ ਸੂਬੇ ਵਿੱਚ ਕਣਕ ਦੀ ਖਰੀਦ ਸੰਬੰਧੀ ਮਹੀਨਾ ਭਰ ਚੱਲੀ ਕਵਾਇਦ ਵਿੱਚ ਸ਼ਾਮਿਲ ਕਿਸਾਨਾਂ, ਆੜਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਖਰੀਦ ਦੀ ਰਫ਼ਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ
समय सिर पाउण ते तसल्ली प्रगटाई है। थाणा गोइंदवाल साहिब अधीन आउंदे पिंड राहल चाल विखे बीती देर रात एक नौजवान दा बेरहमी नाल गोलियां मार के अणपछाते लोकां ਵੱਲੋਂ कतल कर दिता गया। मृतक नौजवान ਦੀ ਲਾਸ਼ ਨੂੰ ਘਟਨਾ ਸਥਾਨ ਤੇ ਪੁੱਜੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਤੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰਦਾਤ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। रेलवे स्टेशन अमृतसर के नज़दीक लिबर्टी मार्केट के सामने पौश कलोनी गुरु नानक नगर के दर्जना घरां दी इमारतां नूं उस समय भारी नुकसान पुज्या जद नज़दीक बन रही एक होटल की इमारत नूं जमीनदोज करन लई 30 फुट की नगर निगम वालों दित्ती मंजूरी तो उल्ट निर्माणकार वालों 50 तो 60 फुट करन नाल अज कई घरां दी इमारतां टैटेरी हो गईआं, जबकि बाकी घरां विच तरेड़ा आउण नाल ओही डिग्गण दी हालात विच ने। पीड़ित लोगों ने उन्होंने घरों के हुए नुकसान लिए होटल निर्माणकार के नाल नगर निगम नूं जिम्मेवार ठहराया। लोगों ने कहा कि अपने नुकसान की पूर्ति ते प्रवानित नक्शे तो उल्ट उसारी करने लई नगर निगम के अधिकारियों विरुद्ध FIR दर्ज कराउण लई मानयोग अदालत का सहारा लिया जाएगा। पंजाब विधान सभा के स्पीकर कुलतार सिंह संधवा सचखंड श्री हरमंदिर साहिब विखे नतमस्तक होए। इस मौके उन्होंने कीर्तन सुनिया ते सरबत दे भले दी अरदास की। पत्रकारां नाल गलबात करदे कुलतार सिंह संधवा ने कहा कि सरकार वालों कीते सारे वादियां नूं जल्द पूरा किया जाएगा ते पंजाब विच लाए नोडल पूरी तरह कायम ने। मामला अमृतसर के तारा वाला पुल का है, जिथे अज सवेरे भयानक एक्सीडेंट हो गया। दरअसल स्कूटी ते जा रही एक महिला हादसे का शिकार हो गई है, जिस विच उसदे बच्चे की मौत हो गई है। हादसे का शिकार हुई इस स्कूटी नूं कार सवार वालों टक्कर मारी गई है, जिस विच स्कूटी सवार महिला ते उसदे बच्चे की मौत होने की खबर है। पटियाला डिवीजन के कमिश्नर चंद्र गैंद ने उगे समाज सेवी हरबंस सिंह आहूजा के जीवन बिरतांत नूं बयान करदी पुस्तक खुदाई खिदमतगार हरबंस सिंह आहूजा नूं पटियाला दीआं नामी शख्सियतां ਸਾਹਿਤਕਾਰਾਂ बुद्धिजीवियों ਅਤੇ चिंतकों की हाजिरी विच रिलीज किया। यह किताब ਅਤੇ मैडम अमरजीत साहिवाल वालों संपादित की गई है। इस मौके चंद्र गैंथ ने पुस्तक की प्रशंसा करदे कहा कि अजिहियां पुस्तकां साडीआं आउण वालीआं पीढ़ियां लई प्रेरणा का स्रोत हुंदियां ने। उन्होंने उम्मीद जताई है कि मैडम अमरजीत साहिवाल की कलम इसे तरह ही समाजिक सरोकारां बाबत लिखते रहेंगे। इस तो पहला मैडम अमरजीत साहिवाल ने पुस्तक नूं लिखण बाबत जानकारी दिंदे दस्सिया कि उगे समाज सेवी हरबंस सिंह आहूजा उन्हां दे भरा सन अते उन्हां दा जीवन उन्हां दे समेत होर बहुत सारे लोकां लई एक चानन मुनारा रहा। इस मौके वक्-वक् बुलारियां ने कहा कि अमरजीत कौर साहिवाल ने अपने मरूम पति मनजीत सिंह साहिवाल की सोच नूं नेपरे चढ़ाउण हित अजिही यादगारी पुस्तकां खुदाई खिदमतगार संपादित करके प्रकाशित कराई है। समागम विच विशेष मेहमान वजों वधीक डिप्टी कमिश्नर उगे रेजिडेंट है अमरजीत साहिवाल मैडम, इन्हां दे ब्रदर होए हैं हरबंस सिंह आहूजा जी। उन्हां दी याद दे विच उन्हां दी जीवनी दे उत्ते उन्हां ने कित्थों कित्थों तक राइज किया और उन्हां दा सफ़र जिंदगी दा और उन्हां दी जिहड़ियां सोसाइटी प्रति जिहड़ियां योगतावां जिहड़ियां उन्हां ने काम कीते ने, जिहड़ा लोगां दे नाल प्यार कीता, लोगां दी सेवा कीती है, वो सारा इहदे विच दर्शाया गया है। ਅੱਜ ਮੇਰੇ ਵਾਸਤੇ ਬਹੁਤ ਹੀ ਸੁਭਾਗਾ ਦਿਨ ਹੈ। ਬੜੀ ਖੁਸ਼ਕਿਸਮਤ ਹਾਂ ਕਿ ਮੈਂ ਇੱਕ ਜਿਹੜੀ ਕਿਤਾਬ ਹੈ ਉਹ ਆਪਣੇ ਭਰਾ ਜਿਹਨੂੰ ਮੈਂ ਕਹਿੰਦੀ ਹਾਂ ਮਾਖਿਓ ਮਿੱਠਾ ਮੇਰਾ ਵੀਰ ਹਰਬੰਸ ਸਿੰਘ आहूजा ਉਹਨਾਂ ਦੇ ਬਾਰੇ ਮੈਂ ਕੰਪਾਈਲ ਕੀਤੀ ਹੈ। ਉਹਨਾਂ ਦੇ ਦੋਸਤਾਂ ਨੂੰ, ਮਿੱਤਰਾਂ ਨੂੰ, ਜਿਨ੍ਹਾਂ ਵਿੱਚ ਉਹ ਵਿਚਰਦੇ ਸੀ, ਸਮਾਜ ਵਿੱਚ ਵਿਚਰਦੇ ਸੀ, ਉਹਨਾਂ ਨੂੰ ਮਿਲ ਕੇ ਉਹਨਾਂ ਦੇ ਮੈਮੋਇਰਸ ਇਕੱਠੇ ਕੀਤੇ ਨੇ, ਉਹਨਾਂ ਦੀ ਯਾਦਾਂ ਇਕੱਠੀਆਂ ਕੀਤੀਆਂ ਨੇ, ਜਿਹਨੂੰ ਆਪਾਂ ਸੰਸਮਰਨ ਕਹਿੰਦੇ ਹਾਂ, ਅਤੇ ਇੱਕ ਜੀਵਨੀ ਪੁਸਤਕ ਬਣ ਗਈ ਜਿਹਦਾ ਨਾਂ ਰੱਖਿਆ ਹੈ खुदाई खिदमतगार। कहो तुमको सजदों कमर कस बना दूँ, खुदा की खुदाई में हलचल मचा दो। भरा दा सच्चा नाम है ना वीर, जिथे
ਸਜਦਾ ਹੋ ਗਿਆ। ਪਰ ਸੱਚੀ ਮੁੱਚੀ ਵੀਰ ਜੀ ਸਾਡੇ ਹਰਬੰਸ ਸਿੰਘ ਆਹੂਜਾ ਜੀ, ਜੋ ਮੇਰੀ ਮਿੱਠੀ ਭੈਣ ਨੇ ਜੋ ਲਿਖਿਆ ਹੈ ਨਾ, ਪਤਾ ਨਹੀਂ ਇਹਨੇ ਵਿੱਚ ਮਤਲਬ ਕੀ ਪਾਇਆ। ਪਿਆਰ ਤੋਂ ਉੱਪਰ ਕੁਝ ਨਹੀਂ ਹੋ ਸਕਦਾ। ਬ੍ਰਦਰ ਨੇ ਜੋ ਜ਼ਿੰਦਗੀ ਨਿਭਾਈ ਹੈ ਉਹ ਕਰਮਯੋਗੀ ਸੀ। ਤੇ ਜਦੋਂ ਜਿੰਨੇ ਕਹਿੰਦੇ ਨੇ ਜਿਹਨੇ ਵਾਹਿਗੁਰੂ ਜਪਿਆ ਹੋਵੇ ਉਹ ਕਵੇ ਤੇ ਉਹਦਾ ਅਸਰ ਹੁੰਦਾ ਹੈ। ਇਹਨਾਂ ਦੀ ਕਿਤਾਬ ਕੋਈ ਵੀ ਪੜ੍ਹੇਗਾ, ਮੈਨੂੰ ਨਹੀਂ ਲੱਗਦਾ ਕਿ ਵੀ ਉਹ ਇਸ ਤੋਂ ਅਣਛੂਤਾ ਰਹਿ ਸਕਦਾ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ਤੇ ਹੁਣ ਪਟਿਆਲਾ ਦੀ ਜੇਲ੍ਹ ਵਿੱਚੋਂ 14 ਮੋਬਾਈਲ ਫੋਨ, 60 ਪੈਕੇਟ ਤੰਬਾਕੂ, 65 ਨਸ਼ੀਲੀ ਗੋਲੀਆਂ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਨੇ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪਤੀ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 4 ਦਿਨਾਂ ਤੋਂ ਜੇਲ੍ਹ 'ਚੋਂ ਬਰਾਮਦਗੀ ਦੀਆਂ ਹੋਣ ਦੀਆਂ ਸੂਚਨਾ ਮਿਲ ਰਹੀਆਂ ਸਨ, ਜਿਸ ਤੇ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਨੇ ਤੇ ਇਹਨਾਂ ਵਿੱਚੋਂ 65 ਨਸ਼ੀਲੀ ਗੋਲੀਆਂ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਬਾਕੀ ਕੁਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਸੰਬੰਧੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਕੋਦਾ ਚੌਕ ਨੇੜੇ ਸਬਵੇ ਦੇ ਬਾਹਰ ਗਨ ਪੁਆਇੰਟ ਤੇ ਗੱਡੀ ਲੁੱਟਣ ਦੀ ਮਨਸ਼ਾ ਨਾਲ ਆਏ ਲੁਟੇਰਿਆਂ ਦੇ ਨਾਲ ਮੁਕਾਬਲਾ ਕਰਨ ਵਾਲੇ ਕੋਲਾ ਵਪਾਰੀ ਅੰਕਿਤ ਚੋਪੜਾ ਨੂੰ ਖੁਦ ਸੀਪੀ ਨੇ ਸਨਮਾਨਿਤ ਕੀਤਾ ਹੈ। ਸੀਪੀ ਨੇ ਕੋਲਾ ਵਪਾਰੀ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ 2 ਨੌਜਵਾਨਾਂ ਸਮੇਤ ਲੁਟੇਰੇ ਦਾ ਪਿੱਛਾ ਕਰਕੇ ਉਸ ਨੂੰ ਫੜਨ ਵਾਲੇ ਥਾਣਾ ਨੰਬਰ 4 ਦੇ ਕਾਂਸਟੇਬਲ ਬਰਜਿੰਦਰ ਸਿੰਘ ਨੂੰ ਵੀ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਜਾਂਚ ਵਿੱਚ ਪਤਾ ਲੱਗਿਆ ਕਿ ਗ੍ਰਿਫਤਾਰ ਲੁਟੇਰੇ ਲਵਦੀਪ ਸਿੰਘ ਖਿਲਾਫ ਪਹਿਲਾਂ ਵੀ ਨਸ਼ੇ ਅਤੇ ਸਨੈਚਿੰਗ ਦੇ ਕਈ ਮਾਮਲੇ ਦਰਜ ਨੇ। ਪੁਲਿਸ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਤੇ ਗੱਲ ਕਰੀਏ ਮੌਸਮ ਦੀ ਤਾਂ ਦੱਖਣੀ ਪੱਛਮੀ ਮੌਨਸੂਨ ਇਸ ਸਾਲ ਨਿਰਧਾਰਿਤ ਸਮੇਂ ਤੋਂ ਪਹਿਲਾਂ ਦੇਸ਼ ਵਿੱਚ ਆ ਸਕਦਾ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਿੱਚ 15 ਮਈ ਨੂੰ ਪਹਿਲੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਪੱਛਮੀ ਮੌਨਸੂਨ ਦੇ 15 ਮਈ ਦੇ ਆਸ-ਪਾਸ ਦੱਖਣੀ ਅੰਡੇਮਾਨ ਸਾਗਰ ਅਤੇ ਦੱਖਣ ਪੂਰਬੀ ਬੰਗਾਲ ਦੀ ਖਾੜੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਵਿਸਤ੍ਰਿਤ ਪੇਸ਼ਗੀ ਅਨੁਮਾਨਾਂ ਨੇ ਮੌਨਸੂਨ ਦੀ ਸ਼ੁਰੂਆਤ ਲਈ ਢੁਕਵੇਂ ਹਾਲਾਤ ਦਾ ਸੰਕੇਤ ਦਿੱਤਾ ਹੈ। ਇਹ ਪਹਿਲਾਂ ਕੇਰਲ ਅਤੇ ਫਿਰ ਉੱਤਰ ਵੱਲ ਵਧੇਗਾ। ਸਮੇਂ ਤੋਂ ਪਹਿਲਾਂ ਮੌਨਸੂਨ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਲੋਕਾਂ ਨੂੰ ਰਾਹਤ ਦੇਵੇਗਾ, ਜੋ ਪਿਛਲੇ ਇੱਕ ਪੰਦਰਵਾੜੇ ਤੋਂ ਵੱਧ ਸਮੇਂ ਤੋਂ ਭਿਆਨਕ ਗਰਮੀ ਨਾਲ ਜੂਝ ਰਹੇ ਨੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਅਗਲੇ ਬੁਲੇਟਿਨ 'ਚ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਾਸ ਖਬਰਾਂ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।